की प्रतिपाल करे नित। संत वारगनी मन गारै। पश पशु नग नाग निरादप सर्व समय सबको प्रतिपारै। भूखत है जल में थल में पल में कल के नहीं कर्म विचारै। दीन दयाल दया निध दुखन देखत है पर देत न हारै। सुख टल गुर सेविया अहनिस सहज सुभाए। दर्शन परतय गुरु कै जन्म मरण दुख जाए। होवै सिफत खसामंदी नूर अरसों कुरसों झट्टियै। तुद डिठे सच्चे पातशाह मल जन्म जन्म दी कट्टियै। सज्जन सच्चा पातशाह सिर शाहां दै शाह। जिस पास बैठिया सोहियै सबना दा विसाह। सतनाम श्री वाहिगुरु साहिब जी। सूही महला पंजवा। सिमरित वेद पुराण पुकारन पोथियाँ। नाम बिना सब कूड़ गाली होछियाँ। सिमरित वेद पुराण पुकारन पोथियाँ। नाम बिना सब कूड़ गाली होछियाँ। नाम निधान अपार भगतां मन वसै। जन्म मरण मोह दुख साधु संग नसै। रहाउ मोह बाध हंकार सर पर रुनिया। सुख ना पाइन मूल नाम विसुनिया। मेरी मेरी तार बंधन बंदिया। नरक सुरग अवतार माया धंधिया। सोदत सोदत सोद तत विचारिया। नाम बिना सुख नाहि सर पर हारिया। आवें जाहे अनेक मर मर जन्म ते। बिन बूझे सब वाद जोनी भरम ते। जिनको भय दयाल तिन साधु संग भया। अमृत हर का नाम तिनी जनी जप लिया। खोजै कोट असंख बहुत अनंत के।
ਜਿਸ ਬੁਝਾਏ ਆਪ ਨੇੜਾ ਤਿਸ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਮਹਾਂਪੁਰਸ਼ਾਂ ਦੀ ਪ੍ਰੇਰਨਾ ਦੇ ਨਾਲ ਸ਼ੇਰੇ ਪੰਜਾਬ ਕਲਾਥ ਮਾਰਕੀਟ ਸਮੁੱਚੇ ਹੀ ਗੁਰਮੁਖ ਪਿਆਰਿਆਂ ਵੱਲੋਂ ਪ੍ਰਬੰਧਕ ਜਨਾਂ ਵੱਲੋਂ ਬੜੀ ਸ਼ਰਧਾ ਭਾਵਨਾ ਪਿਆਰ ਉਤਸ਼ਾਹ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ, ਜਿਸ ਨੂੰ ਮਹਾਂਪੁਰਸ਼ਾਂ ਨੇ ਸੁਭਾਗੀ ਤਾਜਪੋਸ਼ੀ ਦਾ ਨਾਮ ਦਿੱਤਾ, ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਮਨਾ ਰਹੇ ਹੋ। ਪਾਤਸ਼ਾਹ ਜੀ ਦੇ ਬਚਨ ਹਨ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਆਵਰ ਨਾ ਕੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ। ਜੈਸੇ ਬਨ ਵਿਖੈ ਮਲਿਆਗਰ ਸੌਂਦਾ ਕਪੂਰ, ਸੋਧ ਕੈ ਸੁਬਾਸੀ ਸੁਬਾਸ ਵੇਸਾਵਈ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨੀ ਰਤਨਾਂ ਦਾ ਵਪਾਰ ਕਰਨਾ ਹੈ। ਮਹਾਰਾਜ ਫਰਮਾਉਂਦੇ ਹਨ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ, ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ।
ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸਤਿਗੁਰਾਂ ਦੇ ਜੀਵਨ ਕਾਲ ਦੇ ਵਿੱਚ ਦੋ ਪ੍ਰੇਮੀ ਸਿੱਖ ਸਨ, ਭਾਈ ਮਾਲੋ ਜੀ, ਭਾਈ ਮਾਂਗਾ ਜੀ। ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ। ਭਾਈ ਮਾਲੋ ਜੀ, ਭਾਈ ਮਾਂਗਾ ਜੀ, ਜਿਸ ਤਰ੍ਹਾਂ ਇੱਕ ਲੱਕੜਹਾਰਾ ਪੂਰਾ ਦਿਨ ਲੱਕੜਾਂ ਕੱਟਦਾ ਹੈ, ਬੜੀ ਮਿਹਨਤ ਕਰਦਾ ਹੈ, ਬੜੀ ਘਾਲਣਾ ਘਾਲਦਾ ਹੈ, ਪਰ ਸ਼ਾਮ ਨੂੰ ਉਸ ਨੂੰ ਜਿਹੜਾ ਲਾਭ ਹੈ ਬਹੁਤ ਥੋੜ੍ਹਾ ਹੁੰਦਾ ਹੈ। ਉਸ ਦੇ ਮੁਕਾਬਲੇ ਦੇ ਵਿੱਚ ਇੱਕ ਜਿਹੜਾ ਜੌਹਰੀ ਹੈ, ਉਹ ਇੱਕ ਹੀ ਰਤਨ ਵੇਚ ਲਵੇ, ਮਾਲਾ ਮਾਲ ਹੋ ਜਾਂਦਾ ਹੈ, ਉਹਨੂੰ ਬਹੁਤ ਸਾਰਾ ਧਨ ਮਿਲ ਜਾਂਦਾ ਹੈ। ਬਾਕੀ ਜਿਹੜੇ ਕਰਮ ਕਰਨੇ ਹਨ ਸੰਸਾਰ ਦੇ ਵਿੱਚ, ਉਹਨਾਂ ਦੇ ਵਿੱਚ ਮਿਹਨਤ ਜ਼ਿਆਦਾ ਹੈ, ਫਲ ਘੱਟ ਹੈ। ਪਰ ਜੋ ਬਾਣੀ ਪੜ੍ਹਨੀ ਹੈ, ਇਹਦੇ ਵਿੱਚ ਮਿਹਨਤ ਘੱਟ ਹੈ, ਫਲ ਜ਼ਿਆਦਾ ਹੈ। ਸਮਝ ਲਓ ਵੀ ਇਹ ਰਤਨਾਂ ਦਾ ਵਪਾਰ ਕਰਨਾ ਹੈ। ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਬਚਨ ਆਉਂਦੇ ਹਨ ਇਤਿਹਾਸ ਅੰਦਰ। ਕਹਿੰਦੇ ਬਾਣੀ ਨੂੰ ਜਿਸ ਤਰ੍ਹਾਂ ਆਪਾਂ ਆਪਣੇ ਘਰ ਦੇ ਵਿਹਾਰ ਬਾਕੀ ਬੜੇ ਨੇਮ ਦੇ ਨਾਲ ਕਰਦੇ ਹਾਂ, ਇਸੇ ਤਰ੍ਹਾਂ ਬਾਣੀ ਨੂੰ ਵੀ ਨੇਮ ਦੇ ਨਾਲ ਪੜ੍ਹਨਾ ਚਾਹੀਦਾ ਹੈ। ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੇ ਕਬਹੂ ਨ ਲਾਗੇ ਪਿਆਰੇ। ਤਥਾ ਪ੍ਰੇਮ ਧਰੋ ਗੁਰਬਾਣੀ, ਪੜ੍ਹੋ ਸੁਣੋ ਪ੍ਰੀਤ ਰੁਚ ਠਾਨੀ। ਫਿਰ ਕਹਿੰਦੇ ਇਕੱਲਾ ਪੜ੍ਹਨਾ ਹੀ ਨਹੀਂ, ਕਿਉ ਗੁਰ ਕਹੈ ਕਰੈ ਹਮ ਕਹਾਂ, ਸਨੈ ਸਨੈ ਮਨ ਮੋਰੋ ਮਹਾਂ। ਸਤਿਗੁਰੂ ਜੀ ਸਾਨੂੰ ਬਾਣੀ ਦੇ ਵਿੱਚ ਕੀ ਸਿੱਖਿਆ ਦਿੰਦੇ ਹਨ, ਅਸੀਂ ਕੀ ਕਰ ਰਹੇ ਹਨ। ਸਹਿਜੇ ਸਹਿਜੇ ਮਨ ਨੂੰ ਝੂਠ ਦੇ ਨਾਲੋਂ ਤੋੜ ਕੇ ਸੱਚ ਦੇ ਨਾਲ ਜੋੜਨਾ ਹੈ। ਜਿਸ ਤਰ੍ਹਾਂ ਬਾਣੀ ਦੇ ਵਿੱਚ ਬਚਨ ਹੈ, ਘੇ ਪਟ ਭਾਂਡਾ ਕਹੈ ਨਾ ਕੋਇ, ਐਸਾ ਭਗਤ ਵਰਨ ਮੈਂ ਹੋਏ। ਗੁਰਮੁਖੋ ਤੁਸੀਂ ਘਿਓ ਨੂੰ ਦੇਖੋ, ਭਾਂਡੇ ਨੂੰ ਕਿਉਂ ਦੇਖਦੇ ਹੋ, ਬਰਤਨ ਨੂੰ ਕਿਉਂ ਦੇਖਦੇ ਹੋ। ਤੁਸੀਂ ਇਹ ਨਾ ਆਖੋ ਫਲਾਣਾ ਫਲਾਣੀ ਜਾਤ ਦਾ ਹੈ, ਫਲਾਣਾ ਫਲਾਣੇ ਵਰਨ ਦਾ ਹੈ, ਫਲਾਣੇ ਦੇਸ਼ ਦਾ ਹੈ। ਉਹਦੇ ਅੰਦਰ ਸਿਮਰਨ ਦੇਖੋ, ਉਹਦੇ ਅੰਦਰ ਦੈਵੀ ਗੁਣ ਦੇਖੋ, ਸ਼ੁਭ ਗੁਣ ਦੇਖੋ। ਭਾਵ ਜੋ ਸਤਿਗੁਰੂ ਸਾਨੂੰ ਬਾਣੀ ਦੇ ਵਿੱਚ ਸਿੱਖਿਆ ਦਿੰਦੇ ਹਨ, ਉਹਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ। ਰਾਖਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਜੋ ਬਾਣੀ ਦੇ ਵਿੱਚ ਅਰਥ ਰੱਖੇ ਹਨ ਸਤਿਗੁਰਾਂ ਨੇ, ਜੋ ਬਾਣੀ ਦੇ ਵਿੱਚ ਭਾਵ ਰੱਖਿਆ ਹੈ, ਉਸ ਭਾਵ ਨੂੰ ਸਮਝਣਾ ਹੈ। ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ।
ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਸਤਿਗੁਰਾਂ ਨੇ ਇਹ ਪਰਉਪਕਾਰ ਕੀਤਾ। ਕਿਉਂਕਿ ਕੁਝ ਲੋਕ ਐਸੇ ਪੈਦਾ ਹੋ ਗਏ ਸਨ ਜਿਹੜੇ ਬਾਣੀ ਦੀ ਤਰਜ਼ ਤੇ ਆਪਣੀਆਂ ਹੀ ਗੱਲਾਂ ਬਾਤਾਂ ਜੋੜ ਕੇ ਲੋਕਾਂ ਨੂੰ ਭਰਮਾ ਰਹੇ ਸਨ। ਭਾਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਵੀ ਆਉਂਦੇ ਹਨ, ਸਤਿਗੁਰਾਂ ਨੇ ਵੀ ਗੁਰਸਿੱਖਾਂ ਦੇ ਨਾਲ ਇਹ ਬਚਨ ਕੀਤਾ ਸੀ ਵੀ ਜਿਹੜੇ ਗੁਰੂ ਦੇ ਪ੍ਰੇਮੀ ਹਨ ਉਹਨਾਂ ਨੂੰ ਕੋਈ ਭਰਮਾ ਨਹੀਂ ਸਕਦਾ ਹੈ। ਜੈਸੇ ਅਨਚਰ ਨਰਪਤ ਕੀ ਪਛਾਨੈ ਭਾਖਾ, ਬੋਲਤ ਬਚਨ ਖਿਨ ਬੂਝੇ ਬਿਨ ਦੇਖ ਹੀ। जैसे तो जौहरी परख जानत है, रतन की पेखत ही कहे खोटो खरो बुरो लेख ही। रोज नित नेम करन वाले, रोज सहज पाठ करन वाले, रोज कीर्तन सुनन वाले जिहड़े गुरमुख ਹਨ, ਉਹਨਾਂ ਨੂੰ ਕੋਈ ਵਰਗਲਾ ਨਹੀਂ ਸਕਦਾ ਹੈ, ਉਹਨਾਂ ਨੂੰ ਕੋਈ ਭਰਮਾ ਨਹੀਂ ਸਕਦਾ ਹੈ, ਭਾਵੇਂ ਲੱਖਾਂ ਡੰਬੀ ਪਖੰਡੀ ਹੋਣ। ਉਹਨਾਂ ਦੀ ਅਵਸਥਾ ਭਾਈ ਸਾਹਿਬ ਜੀ ਕਹਿੰਦੇ ਇੱਕ ਜੌਹਰੀ ਵਰਗੀ ਬਣ ਜਾਂਦੀ ਹੈ। ਜਿਵੇਂ ਜੌਹਰੀ ਦੇਖਦਿਆਂ ਸਾਰ ਹੀ ਦੱਸ ਦਿੰਦਾ ਹੈ, ਇਹ ਤਾਂ ਕੇਵਲ ਨਿਕੰਮਾ ਕੱਚ ਦਾ ਟੁਕੜਾ ਹੈ, ਇਹ ਕੀਮਤੀ ਹੀਰਾ ਹੈ। ਫਿਰ ਆਖਿਆ ਜੇਕਰ ਕੋਈ ਰਲਾ ਪਾਉਣ ਦੀ ਕੋਸ਼ਿਸ਼ ਕਰੇ, ਸਾਧ ਸੰਗਤ ਜੀ ਖੁਸ਼ਕਿਸਮਤੀ ਹੈ ਸਿੱਖ ਜਗਤ ਦੀ। ਸਤਿਗੁਰਾਂ ਨੇ ਆਪਣੇ ਸਰੀਰ ਦੇ ਹੁੰਦਿਆਂ ਜੀਵਨ ਕਾਲ ਦੇ ਵਿੱਚ ਹੀ ਬਾਣੀ ਉਚਾਰਨ ਕੀਤੀ, ਬਾਣੀ ਲਿਖਵਾਈ, ਅੱਜ ਤੱਕ ਸਾਡੇ ਤੱਕ ਪਹੁੰਚੀ। ਇਹਦੇ ਵਿੱਚ ਇੱਕ ਅੱਖਰ ਦਾ ਵੀ ਕੋਈ ਵਾਧਾ ਘਾਟਾ ਨਹੀਂ ਹੋ ਸਕਿਆ ਹੈ, ਇੱਕ ਲਗ ਮਾਤਰ ਦਾ ਵੀ ਵਾਧਾ ਘਾਟਾ ਨਹੀਂ ਹੋ ਸਕਿਆ ਹੈ। ਬਾਕੀ ਦੁਨੀਆ ਦੇ ਜਿਹੜੇ ਗ੍ਰੰਥ ਹਨ ਉਹਨਾਂ ਦੇ ਵਿੱਚ ਸਮੇਂ-ਸਮੇਂ ਦੇ ਮੁਤਾਬਕ ਵਾਧੇ ਘਾਟੇ ਹੋਏ ਹਨ, ਪਰ ਸਤਿਗੁਰਾਂ ਨੇ ਤਰਤੀਬ ਹੀ ਐਸੀ ਬਣਾਈ ਹੈ ਕਿ ਵਿੱਚ ਕੋਈ ਰਲਾ ਪਾ ਹੀ ਨਹੀਂ ਸਕਦਾ ਹੈ। ਫਿਰ ਵੀ ਕਈ ਲੋਕ ਐਸੇ ਪੈਦਾ ਹੋ ਜਾਂਦੇ ਹਨ, ਪੰਥ ਦੋਖੀ, ਧਰਮ ਦੋਖੀ, ਜਿਹੜੀਆਂ ਆਪਣੀਆਂ ਗੱਲਾਂ ਨੂੰ ਹੀ ਗੁਰਬਾਣੀ ਦੇ ਨਾਲ ਮੇਲਣ ਦੀ ਕੋਸ਼ਿਸ਼ ਕਰਦੇ ਹਨ। ਇੱਕ ਅੱਧੀ ਪੰਕਤੀ ਬਾਣੀ ਦੀ ਸੁਣਾ ਦੇਣਗੇ, ਬਾਕੀ ਆਪਣੀਆਂ ਹੀ ਗੱਲਾਂ ਸੁਣਾਈ ਜਾਣਗੇ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਖੀਰ ਨੀਰ ਕੋ ਨਿਬੇਰੋ ਕਰ ਜਾਣੈ ਹੰਸ, ਰਾਖੀਐ ਮਿਲਾਏ ਭਿੰਨ ਭਿੰਨ ਕੈ ਸਰੇਖ ਹੀ। ਕਹਿੰਦੇ ਜਿਹੜੇ ਨਿਤਨੇਮ ਕਰਨ ਵਾਲੇ, ਬਾਣੀ ਪੜ੍ਹਨ ਵਾਲੇ, ਕੀਰਤਨ ਕਰਨ ਸੁਣਨ ਵਾਲੇ ਗੁਰਮੁਖ ਹਨ, ਉਹਨਾਂ ਦੀ ਅਵਸਥਾ ਹੰਸ ਵਰਗੀ ਬਣ ਜਾਂਦੀ ਹੈ। ਜਿਵੇਂ ਦੁੱਧ ਅਤੇ ਪਾਣੀ ਇਕੱਠਾ ਹੋਵੇ ਨਾ, ਹੰਸ ਦੁੱਧ ਨੂੰ ਅਲੱਗ ਕਰ ਲੈਂਦਾ ਹੈ, ਪਾਣੀ ਨੂੰ ਅਲੱਗ ਕਰ ਲੈਂਦਾ ਹੈ। ਇਸ ਤਰ੍ਹਾਂ ਕੋਈ ਵੀ ਵਿੱਚ ਰਲਾ ਨਹੀਂ ਪਾ ਸਕਦਾ ਹੈ। ਤੈਸੇ ਗੁਰ ਸ਼ਬਦ ਸੁਨਤ ਪਹਿਚਾਨੈ ਸਿੱਖ, ਆਣ ਬਾਣੀ ਕੀਰਤਮੀ ਨਾ ਗਨਤ ਹੈ ਲੇਖ ਹੀ। ਜਿਹੜੇ ਕਿਸੇ ਦੇ ਖਿਆਲ ਹਨ, ਜਿਹੜੇ ਕਿਸੇ ਦੇ ਦਿਮਾਗ ਦੀ ਕਾਢ ਹੈ, ਉਹਨੂੰ ਕੀਰਤਮੀ ਆਖਿਆ ਹੈ, ਕਿਸੇ ਦੀ ਕਿਰਤ ਹੈ। ਪਰ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕੀਰਤਮੀ ਬਾਣੀ ਨਹੀਂ ਹੈ, ਇਹ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਦੀ ਬਾਣੀ ਹੈ, ਜਿਹੜੇ ਧੁਰ ਦੇ ਨਾਲ ਜੁੜ ਗਏ ਉਹਨਾਂ ਨੇ ਉਚਾਰਨ ਕੀਤੀ ਹੈ। ਸਤਿਗੁਰਾਂ ਦੀ ਫਰਾਕ ਦਿਲੀ ਹੈ। ਜੇ ਸਤਿਗੁਰ ਚਾਹੁੰਦੇ ਕੇਵਲ ਸਤਿਗੁਰਾਂ ਦੀ ਬਾਣੀ ਹੀ ਇਕੱਤਰ ਕਰਦੇ ਹੈ,
ਪਰ ਬਾਕੀ ਭਗਤਾਂ ਨੂੰ ਵੀ ਮਾਣ ਦਿੱਤਾ, ਬਾਕੀ ਮਹਾਤਮਾ ਨੂੰ ਵੀ ਮਾਣ ਦਿੱਤਾ। ਉਹਨਾਂ ਦੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਰਾਬਰ ਦਾ ਦਰਜਾ ਦਿੱਤਾ ਗਿਆ। ਪਹਿਲੀ ਵਾਰ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਗਾ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਲਿਖਵਾਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਵਾਇਆ। ਆਖਿਆ ਪੋਥੀ ਪਰਮੇਸ਼ਰ ਕਾ ਥਾਨ, ਇਹ ਪਰਮੇਸ਼ਰ ਦਾ ਘਰ ਹੈ। ਪੋਥੀ ਸਾਹਿਬ ਦਾ ਦਰਜਾ ਦਿੱਤਾ। ਔਰ ਜਿਹੜੇ ਬਚਨ ਕੀਤੇ ਸਨ ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਦੇ ਵਿੱਚ ਉਹਨਾਂ ਨੂੰ ਕਲਮਬੰਦ ਕੀਤਾ ਹੈ। ਸ੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਥਾਨ ਸਮੈ ਸਭ ਨਾ ਦਰਸੈ ਹੈ। ਕਹਿੰਦੇ ਜਿਹੜਾ ਗੁਰੂ ਦਾ ਸਥੂਲ ਸਰੀਰ ਹੈ, ਜਿਹੜੀ ਦੇਹੀ ਹੈ, ਇੱਕ ਸਮੇਂ ਤੇ ਇੱਕ ਜਗ੍ਹਾ ਤੇ ਹੀ ਦਰਸ਼ਨ ਦੇ ਸਕਦੀ ਹੈ। ਪਰ ਮਹਾਰਾਜ ਕਹਿੰਦੇ ਗ੍ਰੰਥ ਰਿਦਾ ਗੁਰ ਕੋ ਜੈ ਜਾਨੋ, ਉੱਤਮ ਹੈ ਸਭ ਕਾਲ ਰਹੈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਕਹਿੰਦੇ ਸਾਡਾ ਹਿਰਦਾ ਹੈ। ਜਿਹੜੇ ਸਰੀਰ ਦੇ ਨਾਲ ਜੁੜਨਗੇ ਉਹਨਾਂ ਦਾ ਵਿਛੋੜਾ ਹੋਵੇਗਾ, ਜਿਹੜੇ ਮੇਰੇ ਹਿਰਦੇ ਦੇ ਨਾਲ ਜੁੜਨਗੇ ਸਦਾ ਜੁੜੇ ਰਹਿਣਗੇ, ਉਹਨਾਂ ਦਾ ਕਦੇ ਵਿਛੋੜਾ ਨਹੀਂ ਹੋਵੇਗਾ। ਸਾਰੇ ਕਾਲਾਂ ਦੇ ਵਿੱਚ, ਸਾਰੇ ਸਮਿਆਂ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਹੋਣਗੇ। ਲਿਖਿਆ ਜਾਂਦਾ ਹੈ ਨਾ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ। ਆਦਿ ਤਾਂ ਸ਼ਬਦ ਹੈ, ਅੰਤ ਸ਼ਬਦ ਨਹੀਂ। ਗ੍ਰੰਥ ਰਿਦਾ ਗੁਰ ਕੋ ਜੈ ਜਾਨੋ, ਉੱਤਮ ਹੈ ਸਭ ਕਾਲ ਰਹੈ ਹੈ। ਮੇਰੇ ਸਰੀਰ ਤੇ ਜਾਂ ਤੇ ਹੈ ਦੀਰਘ, ਸਾਹਿਬ ਜਾਨ ਅਦਾਵ ਕਹੈ ਹੈ। ਪੂਜੋ ਚੰਦਨ ਕੇਸਰ ਕੋ ਘਸ, ਧੂਫ ਤੁਖੈ ਕੈ ਫੂਲ ਚੜ੍ਹੈ ਹੈ। ਜਿੱਥੇ ਬਾਣੀ ਨੂੰ ਪੜ੍ਹਨਾ ਹੈ, ਜਿੱਥੇ ਬਾਣੀ ਨੂੰ ਸੁਣਨਾ ਹੈ, ਜਿੱਥੇ ਬਾਣੀ ਨੂੰ ਕਮਾਉਣਾ ਹੈ, ਉੱਥੇ ਮਹਾਰਾਜ ਜੀ ਨੇ ਆਗਿਆ ਕੀਤੀ ਵੀ ਇਸ ਬਾਣੀ ਦਾ ਸਨਮਾਨ ਵੀ ਕਰਨਾ ਹੈ, ਅਦਬ ਵੀ ਕਰਨਾ ਹੈ। ਆਪਾਂ ਬਚਨ ਪੜ੍ਹਦੇ ਆ ਨਾ ਗੁਰੂ ਹਰਿਰਾਏ ਸਾਹਿਬ ਜੀ ਦੇ, ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭੈ ਸਾਗਰ ਤਰੈ। ਅੱਜ ਤੋਂ ਕਰੀਬਨ 12-13 ਸਾਲ ਪਹਿਲਾਂ ਦੀ ਗੱਲ ਹੈ। ਦਾਸ ਦੀ ਡਿਊਟੀ ਅੰਮ੍ਰਿਤਸਰ ਪਿਪਲੀ ਸਾਹਿਬ ਸੀ ਗੁਰਦੁਆਰੇ। ਕੋਈ ਪ੍ਰੇਮੀ ਆਖਣ ਲੱਗਾ ਵੀ ਮੈਨੂੰ ਪੜ੍ਹਨਾ ਪੁੜ੍ਹਨਾ ਤੇ ਕਿਉਂ ਜਾਉਂਦਾ ਨਹੀਂ, ਬਾਣੀ ਮੈਨੂੰ ਆਉਂਦੀ ਨਹੀਂ ਹੈ। ਕਿਸੇ ਗੁਰਸਿੱਖ ਦੀ ਉਹਨੂੰ ਸੰਗਤ ਹੋਈ, ਕਹਿੰਦੇ ਵੀ ਮੈਨੂੰ ਕੋਈ ਢੰਗ ਦੱਸੋ, ਮੈਂ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵਾਂ। ਉਹ ਆਖਣ ਲੱਗੇ ਗੁਰਮੁਖਾ ਤੂੰ ਇੰਜ ਕਰਿਆ ਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਾ ਆ ਕੇ ਤੂੰ ਭਾਵਨਾ ਦੇ ਨਾਲ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਬਸ ਬੈਠ ਜਾਇਆ ਕਰ ਅੱਧਾ ਘੰਟਾ। ਕਿਉਂਕਿ ਪ੍ਰਗਟ ਗੁਰਾਂ ਕੀ ਦੇਹ ਹਨ ਨਾ ਸਤਿਗੁਰੂ ਜੀ। ਸਾਡੀ ਭਾਵਨਾ ਦੇ ਵਿੱਚ ਕਮੀ ਹੋ ਸਕਦੀ ਹੈ, ਸਤਿਗੁਰਾਂ ਦੇ ਵਿੱਚ ਕੋਈ ਕਮੀ ਨਹੀਂ ਹੈ। ਉਹਨੇ ਕੁਝ ਦਿਨ ਬੈਠਣਾ ਕੀਤਾ, ਅੱਧਾ ਘੰਟਾ। ਔਰ ਸਾਧ ਸੰਗਤ ਜੀ ਇੱਕ ਦਿਨ ਫਿਰ ਐਸਾ ਆਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਉਸ ਨੂੰ ਅਨੰਤ ਸੂਰਜਾਂ ਦੇ ਪ੍ਰਕਾਸ਼ ਦੇ ਦਰਸ਼ਨ ਹੋਏ। ਮੰਤਰ ਮੁਗਧ ਹੋ ਗਿਆ, ਰੋਮ ਰੋਮ ਦੇ ਵਿੱਚ ਝਰਨਾਟਾਂ ਛਿੜ ਗਈਆਂ। ਜਿਸ ਤਰ੍ਹਾਂ ਦੀ ਇੱਕ ਅਵਸਥਾ ਸਾਧੂ ਮਹਾਤਮਾ ਦੀ ਹੁੰਦੀ ਹੈ, ਇਸ ਤਰ੍ਹਾਂ ਦੀ ਅਵਸਥਾ ਬਣ ਗਈ। ਬਸ ਸਤਿਗੁਰਾਂ ਦਾ ਅਦਬ ਕਰਨ ਦਾ ਹੀ ਕਿੰਨਾ ਫਲ ਹੈ। ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭੈ ਸਾਗਰ ਤਰੈ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਵਾਇਆ।
ਔਰ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਇਹ ਪਾਵਨ ਸਰੂਪ ਪਹਿਲਾ ਸਰੂਪ ਧੀਰ ਮੱਲੀਆਂ ਦੇ ਪਾਸ ਹੈ ਸੀ, ਗੁਰਸਿੱਖਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਾਣੀ ਦੇ ਅਰਥ ਪੜ੍ਹਾਓ। ਮਹਾਰਾਜ ਨੇ ਕੁਝ ਸਿੰਘਾਂ ਨੂੰ ਧੀਰ ਮੱਲੀਆਂ ਦੇ ਪਾਸ ਭੇਜਿਆ। ਉਹਨਾਂ ਆਖਿਆ ਵੀ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਨਾਨਕ ਦੀ ਗੁਰਗੱਦੀ ਦੇ ਵਾਰਸ ਹਨ ਤਾਂ ਆਪਣੇ ਕੰਠੋਂ ਉਚਾਰਨ ਕਰ ਲੈਣ। ਸਾਧ ਸੰਗਤ ਜੀ, ਸਤਿਗੁਰੂ ਜੀ ਤਾਂ ਆਪ ਅਕਾਲ ਪੁਰਖ ਹਨ, ਪ੍ਰਤੱਖ ਹਨ। ਦਾਸ ਨੇ ਇਹੋ ਜਿਹੇ ਗੁਰਮੁਖਾਂ ਦੇ ਦਰਸ਼ਨ ਕੀਤੇ ਹਨ ਜਿਨ੍ਹਾਂ ਸਿੱਖਾਂ ਨੂੰ ਹੀ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੰਠ ਹੈ। ਇੱਕ ਦਿਨ ਦਾਸ ਨੇ ਦਰਸ਼ਨ ਕੀਤੇ ਸਨ। ਬੀਧੀ ਚੰਦ ਸੰਪਰਦਾ ਦੇ ਵਿੱਚ ਇੱਕ ਸਿੰਘ ਸੀ, ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੰਠ। ਗੁਰਸਿੱਖਾਂ ਤੇ ਇੰਨੀ ਕਿਰਪਾ ਹੈ, ਸਤਿਗੁਰੂ ਜੀ ਤਾਂ ਸਮਰੱਥ ਹਨ, ਆਪ ਅਕਾਲ ਪੁਰਖ ਹਨ। ਧੰਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਬਾਣੀ ਕੰਠੋਂ ਉਚਾਰਨ ਕੀਤੀ, ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸ਼ਾਮਲ ਕੀਤੀ। ਔਰ ਜਿਸ ਵਕਤ ਸਤਿਗੁਰੂ ਪਾਤਸ਼ਾਹ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੱਚਖੰਡ ਗਮਨ ਕਰਨ ਵਾਸਤੇ ਮਹਾਰਾਜ ਜੀ ਨੇ ਤਿਆਰੇ ਕੀਤੇ, ਉਸ ਵਕਤ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਿਸ ਦੇ ਗਲ ਲੜ ਲਗਾ ਕੇ ਚੱਲੇ ਹੋ, ਕਿਉਂਕਿ ਪਹਿਲੇ ਸਤਿਗੁਰੂ ਜਦ ਸੱਚਖੰਡ ਜਾਂਦੇ ਅਗਲੇ ਸਤਿਗੁਰ ਦੇ ਲੜ ਸੰਗਤਾਂ ਨੂੰ ਲਗਾ ਕੇ ਜਾਂਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸਾਰੀਆਂ ਸੰਗਤਾਂ ਨੂੰ, ਨਾਲੇ ਤਾਂ ਪੰਜ ਪਿਆਰਿਆਂ ਨੂੰ ਸਤਿਗੁਰਾਂ ਦੇ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ, ਹਜ਼ੂਰ ਖੜਿਆ ਕਰਕੇ ਜੋ ਮਰਜ਼ਾਦਾ ਚੱਲਦੀ ਆਉਂਦੀ ਸੀ, 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਔਰ ਜਿਸ ਵਕਤ ਹੁਕਮਨਾਮਾ ਲਿਆ ਤਾਂ ਹੁਕਮਨਾਮਾ ਪ੍ਰਾਪਤ ਹੋਇਆ ਮਾਰੂ ਰਾਗ ਦੇ ਵਿੱਚੋਂ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਵਿਸ਼ਰਾਮਾ, ਮਿਟ ਗਏ ਸਗਲੀ ਧਾਈ, ਅਬ ਮੋਹੇ ਜੀਵਨ ਪਦਵੀ ਪਾਈ। ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ। ਕਿਉਂਕਿ ਹੁਕਮਨਾਮਿਆਂ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਸਮੇਂ-ਸਮੇਂ ਗੁਰਸਿੱਖਾਂ ਦਾ ਮਾਰਗ ਦਰਸ਼ਨ ਕਰਦੇ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹ ਵਿਸ਼ਾ ਅਲੱਗ ਹੈ। 239 ਸਾਲ ਦਾ ਸਮਾਂ ਜਿਹੜਾ ਸੀ ਇਸ ਯਾਤਰਾ ਨੂੰ ਲੱਗਾ। ਔਰ ਸਾਧ ਸੰਗਤ ਜੀ 239 ਸਾਲ ਦੀ ਯਾਤਰਾ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਆ ਕੇ ਇਹ ਯਾਤਰਾ ਸੰਪੂਰਨ ਹੋਈ। ਫਿਰ ਨਵੀਂ ਯਾਤਰਾ ਜਿਹੜੀ ਹੈ ਉਹ ਚੱਲ ਰਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਨੂੰ ਸੰਬੋਧਨ ਕੀਤਾ, ਹੁਕਮ ਕੀਤਾ, ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਲੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੋ ਹੁਕਮ ਸੀ ਸਿੱਖ ਸੰਗਤਾਂ ਦੇ ਤਾਈਂ ਸੁਣਾਉਣਾ ਕੀਤਾ। ਮਹਾਰਾਜ ਜੀ ਦੇ ਕੋਲ ਬੜੇ ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਪਰਮਾਤਮਾ ਨਾਮ ਦਾ ਨਾਮ ਚੱਲਦਾ ਸੀ, ਐਸੇ ਅਭਿਆਸੀ ਸਨ। ਭਾਈ ਦਇਆ ਸਿੰਘ ਜੀ ਵਰਗੇ, ਭਾਈ ਧਰਮ ਸਿੰਘ ਜੀ ਵਰਗੇ। ਪਰ ਮਹਾਰਾਜ ਜੀ ਨੇ ਦੇਹਧਾਰੀ ਜਿਹੜੀ ਪਰੰਪਰਾ ਸੀ, ਪ੍ਰਥਾ ਸੀ, ਉਸ ਨੂੰ ਸੰਕੋਚਿਆ। ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਬਦ ਰੂਪ ਵੀ ਹਨ, ਦੇਹ ਰੂਪ ਵੀ ਹਨ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 2 ਤਰ੍ਹਾਂ ਦੇ ਨਾਲ ਮੰਨਦਾ ਹੈ। ਸ਼ਬਦ ਰੂਪ ਵਿੱਚ ਵੀ ਮੰਨਦਾ ਹੈ ਅਤੇ ਦੇਹ ਰੂਪ ਦੇ ਵਿੱਚ ਵੀ ਮੰਨਦਾ ਹੈ।
ਮੰਨਣਾ ਚਾਹੀਦਾ ਹੈ। ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਿਆਂ ਦੀ ਕੀ ਲੋੜ, ਏਸੀਆਂ ਦੀ ਕੀ ਲੋੜ, ਕੰਬਲਾਂ ਦੀ ਕੀ ਲੋੜ। ਮਹਾਰਾਜ ਨੇ ਕਹਿ ਹੀ ਦਿੱਤਾ ਵੀ ਪ੍ਰਗਟ ਗੁਰਾਂ ਕੀ ਦੇਹ ਹਨ। ਸ਼ਬਦ ਕਰਕੇ ਵੀ ਮੰਨਣਾ ਹੈ ਅਤੇ ਆਪਾਂ ਗੁਰਾਂ ਦੀ ਦੇਹ ਕਰਕੇ ਵੀ ਮੰਨਣਾ ਹੈ, ਤਾਂ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਆਉਣਗੀਆਂ। ਜੋ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਅੰਮ੍ਰਿਤ ਵੇਲੇ ਪ੍ਰਾਪਤ ਹੋਇਆ ਹੈ, ਆਓ ਉਸ ਦੀ ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆਂ ਸਾਰੀ ਸੰਗਤ ਪਿਆਰ ਨਾਲ ਇੱਕ ਵਾਰੀ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਿਲਾ ਪੰਜਵਾਂ। ਸਿਮਰਿਤ ਵੇਦ ਪੁਰਾਨ ਪੁਕਾਰਨ ਪੋਥੀਆਂ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸੂਹੀ ਰਾਗ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਾਰੰਬਾਰ ਨਾਮ ਦੀ ਹੀ ਗੱਲ ਕੀਤੀ ਹੈ ਵੀ ਨਾਮ ਜਪੋ, ਨਾਮ ਜਪੋ, ਨਾਮ ਜਪੋ। ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ। ਸੰਸਾਰ ਦੇ ਵਿੱਚ ਕਈ ਐਸੇ ਬਖਤੇ ਹਨ, ਐਸੇ ਜੀਵ ਹਨ ਜਿਹੜੇ ਕਹਿੰਦੇ ਸਿਮਰਤੀਆਂ ਵੇਦ ਪੁਰਾਣ ਆਦਿਕ ਜਿਹੜੇ ਸਨਾਤਨ ਮਤ ਦੇ ਧਾਰਮਿਕ ਗ੍ਰੰਥ ਹਨ, ਇਹਨਾਂ ਦੀ ਵਿਚਾਰ ਕਰਦੇ ਹਨ, ਇਹਨਾਂ ਨੂੰ ਪੁਕਾਰਦੇ ਰਹਿੰਦੇ ਹਨ, ਪੁਕਾਰ ਕੇ ਸੁਣਾਉਂਦੇ ਹਨ। ਹਾਂਜੀ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਮਹਾਰਾਜ ਜੀ ਸਮਝਾਉਂਦੇ ਹਨ ਕਿ ਕੇਵਲ ਵਿਚਾਰ ਤੱਕ ਹੀ ਸੀਮਤ ਰਹਿ ਜਾਂਦੇ ਹਨ। ਜੋ ਇਹਦੇ ਵਿੱਚ ਭਾਵ ਰੱਖਿਆ ਹੈ, ਇਹਨਾਂ ਦੀ ਵਿਚਾਰਧਾਰਾ ਦੇ ਵਿੱਚ ਉਸ ਭਾਵ ਦੇ ਨਾਲ ਨਹੀਂ ਜੁੜਦੇ ਹਨ। ਨਾਮ ਕੋਈ ਆਖੇ ਵੀ ਜਪਣਾ ਚਾਹੀਦਾ ਹੈ, ਜਪਣਾ ਚਾਹੀਦਾ ਹੈ, ਜਿੰਨਾ ਚਿਰ ਤੱਕ ਜਪੇ ਨਾ ਉਹਨਾਂ ਚਿਰ ਤੱਕ ਗੱਲ ਨਹੀਂ ਬਣੇਗੀ। ਮਸਕੀਨ ਸਾਹਿਬ ਜੀ ਇੱਕ ਬਚਨ ਸੁਣਾਇਆ ਕਰਦੇ ਸਨ ਕਿ ਤੁਝੇ ਫਰੋਗ ਨਹੀਂ ਕਿ ਤੂੰ ਕਿਤਾਬੇ ਖੁਆ ਹੈ, ਸਾਹਿਬੇ ਕਿਤਾਬ ਨਹੀਂ। ਜੋ ਧਾਰਮਿਕ ਗ੍ਰੰਥ ਦੇ ਵਿੱਚ ਹੈ ਉਹ ਭਾਵ ਨੂੰ ਤੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਨਹੀਂ। ਬਸ ਇਹ ਕਹਿੰਦੇ ਹਨ ਵੀ ਜਪਣਾ ਚਾਹੀਦਾ ਹੈ, ਜਪਣਾ ਚਾਹੀਦਾ ਹੈ। ਨਾਮ ਜਪਣ ਤੋਂ ਬਗੈਰ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਮਹਾਰਾਜ ਕਹਿੰਦੇ ਹੋਛੀਆਂ ਹਨ, ਬੇਥਵੀਆਂ ਹਨ। ਗਾਲੇ ਗੱਗੇ ਨੂੰ ਕੰਨਾ, ਲੱਲੇ ਨੂੰ ਬਿਹਾਰੀ ਅਤੇ ਸਾਧ ਸੰਗਤ ਜੀ ਲੱਲੇ ਦੇ ਚਰਨਾਂ ਦੇ ਵਿੱਚ ਇੱਕ ਮਾੜਾ ਜਿਹਾ ਇਸ਼ਾਰਾ ਦਿੱਤਾ ਹੈ, ਛੋਟੀ ਜਿਹੀ ਲੀਕ। ਉਹਦਾ ਭਾਵ ਹੈ ਅੱਧਾ ਹਾਹਾ। ਆਪ ਸਾਰੇ ਸੂਝਵਾਨ ਹੋ, ਇਹ ਗੱਲਾਂ ਜ਼ਰੂਰੀ ਹਨ। ਬਾਣੀ ਦਾ ਸਾਨੂੰ ਗਿਆਨ ਹੋਣਾ ਚਾਹੀਦਾ ਹੈ। ਜੇਕਰ ਲੀਕ ਅੰਦਰ ਨੂੰ ਹੋਵੇ ਉਹਦਾ ਮਤਲਬ ਹੁੰਦਾ ਹੈ ਅੱਧਾ ਜਈਆ। ਜੇਕਰ ਲੀਕ ਬਾਹਰ ਨੂੰ ਹੋਵੇ ਉਹਦਾ ਮਤਲਬ ਹੁੰਦਾ ਹੈ ਅੱਧਾ ਹਾਹਾ। ਇਹ ਗੱਲ ਨੋਟ ਕਰਨ ਵਾਲੀ ਹੈ। ਔਰ ਅੱਧੇ ਹਾਹੇ ਨੂੰ ਜਦ ਬੁਲਾਉਣਾ ਹੈ, ਹਾਹੇ ਦੀ ਤਰ੍ਹਾਂ ਨਹੀਂ ਬੁਲਾਉਣਾ, ਬਸ ਉਹ ਸ਼ਬਦ ਨੂੰ ਭਾਰਾ ਕਰ ਦੇਣਾ ਹੈ। ਗੱਲ ਹੀ ਨਹੀਂ ਪੜ੍ਹਨਾ, ਗੱਲ ਹੀ ਪੜ੍ਹਨਾ ਹੈ। ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ।
ਭਾਵ ਨਾਮ ਤੋਂ ਬਗੈਰ, ਨਾਮ ਜਪਣ ਤੋਂ ਬਗੈਰ ਜਿੰਨਾ ਵੀ ਗਿਆਨ ਹੈ, ਜਿੰਨੀਆਂ ਗੱਲਾਂ ਹਨ, ਸਾਰੀਆਂ ਹੋਛੀਆਂ ਹਨ, ਬੇਥਵੀਆਂ ਹਨ। ਦਾਸ ਇੱਕ ਵਿਚਾਰ ਰੱਖੇ ਕਿ ਬਾਕੀ ਜੋ ਅਨਮਤ ਦੇ ਗ੍ਰੰਥ ਹਨ, ਉਹਨਾਂ ਦੇ ਵਿੱਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਅੰਤਰ ਹੈ, ਫਰਕ ਹੈ। ਬਾਕੀ ਗ੍ਰੰਥ ਨਾਮ ਜਪਣ ਦੀ ਪ੍ਰੇਰਣਾ ਦਿੰਦੇ ਹਨ, ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿੱਥੇ ਗਿਆਨ ਦਾ ਭੰਡਾਰ ਹਨ, ਜਿੱਥੇ ਨਾਮ ਜਪਣ ਦੀ ਪ੍ਰੇਰਣਾ ਦਿੰਦੇ ਹਨ, ਉੱਥੇ ਯਾਦ ਰੱਖਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਖੁਦ ਨਾਮ ਰੂਪ ਵੀ ਹੈ, ਸਵੈਮ ਨਾਮ ਵੀ ਹੈ। ਕਈ ਲੋਕ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਵੀ ਤੁਸੀਂ ਐਵੇਂ ਬਾਣੀ ਪੜ੍ਹੀ ਜਾਂਦੇ ਹੋ ਜੀ, ਬਾਣੀ ਪੜ੍ਹਨਾ ਛੱਡ ਦਿਓ, ਨਾਮ ਜਪੋ। ਠੀਕ ਹੈ, ਨਾਮ ਜਪਣਾ ਚਾਹੀਦਾ ਹੈ, ਪਰ ਇਹ ਚੇਤੇ ਰੱਖਣਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਰੂਪ ਹੈ, ਉੱਥੇ ਇਹ ਨਾਮ ਰੂਪ ਵੀ ਹੈ। ਜਿਹੜਾ ਕੰਮ ਨਾਮ ਨੇ ਕਰਨਾ ਹੈ, ਬਾਣੀ ਵੀ ਪੜ੍ਹ ਕੇ ਵੀ ਉਹ ਕੰਮ ਹੋ ਸਕਦਾ ਹੈ। ਗੱਲ ਤਾਂ ਜੁੜਨ ਦੀ ਹੈ ਨਾ। ਜਿਹੜੀ ਮੰਜ਼ਿਲ ਹੈ ਜਗਿਆਸੂ ਦੀ, ਉਹ ਤਾਂ ਇਹੀ ਹੈ ਨਾ, ਜੁੜ ਜਾਵੇ। ਨਾਮ ਜਪ ਕੇ ਵੀ ਜੁੜਿਆ ਜਾ ਸਕਦਾ ਹੈ, ਬਾਣੀ ਪੜ੍ਹ ਕੇ ਵੀ ਜੁੜਿਆ ਜਾ ਸਕਦਾ ਹੈ, ਕਿਉਂਕਿ ਬਾਣੀ ਵੀ ਨਾਮ ਰੂਪ ਵੀ ਹੈ। ਇਹਦੇ ਸੰਬੰਧ ਦੇ ਵਿੱਚ ਦਾਸ ਇੱਕ ਛੋਟੀ ਜਿਹੀ ਘਟਨਾ ਆਪ ਜੀ ਦੇ ਸਾਹਮਣੇ ਰੱਖੇ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਸਾਹਿਬ ਵਾਲੇ ਮਹਾਂਪੁਰਸ਼ ਅਤੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਇਹਨਾਂ ਦੋ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ ਇੱਕ ਵਾਰੀ। ਹੁਣ ਸੰਤ ਅਤਰ ਸਿੰਘ ਜੀ ਪੁੱਛਦੇ ਹਨ ਕਿ ਸੰਤ ਸੁੰਦਰ ਸਿੰਘ ਜੀ, ਤੁਸੀਂ ਅੰਤਰਮੁਖ ਕਿਵੇਂ ਹੁੰਦੇ ਹੋ? ਤੁਸੀਂ ਆਪਣਾ ਧਿਆਨ ਕਿਵੇਂ ਜੋੜਦੇ ਹੋ? ਮਸਲਾ ਤਾਂ ਜੁੜਨ ਦਾ ਹੀ ਹੈ ਨਾ। ਸੰਤ ਜੀ ਆਖਣ ਲੱਗੇ, ਅਸੀਂ ਬਾਣੀ ਪੜ੍ਹ ਕੇ ਫਿਰ ਅਸੀਂ ਹੌਲੀ ਹੌਲੀ ਅੰਤਰਮੁਖ ਹੋ ਜਾਂਦੇ ਹਾਂ। ਇਸ ਤਰ੍ਹਾਂ ਫਿਰ ਸਾਡਾ ਧਿਆਨ ਜੁੜ ਜਾਂਦਾ ਹੈ। ਹੁਣ ਸੰਤ ਸੁੰਦਰ ਸਿੰਘ ਜੀ ਨੇ ਸਵਾਲ ਕੀਤਾ, ਮਹਾਂਪੁਰਸ਼ੋ ਤੁਸੀਂ ਕਿਵੇਂ ਜੁੜਦੇ ਹੋ? ਸੰਤ ਅਤਰ ਸਿੰਘ ਜੀ ਆਖਣ ਲੱਗੇ ਵੀ ਮਹਾਂਪੁਰਸ਼ੋ, ਅਸੀਂ ਨਾ ਬਸ ਵਾਹਿਗੁਰੂ 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 ਦਾ ਅਭਿਆਸ ਕਰੀਦਾ ਹੈ, ਇਸ ਤਰ੍ਹਾਂ ਫਿਰ ਅੰਤਰਮੁਖ ਹੋ ਜਾਈਦਾ ਹੈ, ਇਸ ਤਰ੍ਹਾਂ ਜੁੜ ਜਾਈਦਾ ਹੈ। ਉਹਨਾਂ ਆਖਿਆ, ਤੁਹਾਡਾ ਤਰੀਕਾ ਬੜਾ ਸੋਹਣਾ ਹੈ। ਦੂਸਰੇ ਸੰਤ ਨੇ ਆਖਿਆ, ਤੁਹਾਡਾ ਤਰੀਕਾ ਵੀ ਬੜਾ ਸੋਹਣਾ ਹੈ। ਦੇਖੋ, ਅੱਜ ਬਹੁਤ ਵੰਡੀਆਂ ਪੈ ਰਹੀਆਂ ਹਨ। ਜੋੜਨ ਦੀ ਘੱਟ ਕੋਸ਼ਿਸ਼ ਕੀਤੀ ਜਾਂਦੀ ਹੈ, ਤੋੜਨ ਦੀ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹੜਾ ਕਿਸੇ ਤਰੀਕੇ ਦੇ ਨਾਲ ਵੀ ਚੱਲਦਾ ਹੈ, ਉਹਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਹਨੂੰ ਇਹ ਨਹੀਂ ਵੀ ਇਹ ਛੱਡ ਦੇ, ਇੰਝ ਕਰ ਇੰਝ ਕਰ ਇੰਝ ਕਰ, ਰਾਹ ਵਿੱਚ ਹੀ ਨਹੀਂ ਭਟਕਦੇ ਰਹਿਣਾ ਚਾਹੀਦਾ ਹੈ। ਜਿਹੜਾ ਜਿਸ ਤਰੀਕੇ ਦੇ ਨਾਲ ਚੱਲਦਾ, ਉਹਨੂੰ ਹੋਰ ਬਲ ਦੇਣਾ ਚਾਹੀਦਾ ਹੈ ਵੀ ਗੁਰਮੁਖਾ ਤਗੜਾ ਹੋ ਕੇ ਕਰ, ਤਗੜਾ ਹੋ ਕੇ ਨਾਮ ਜਪ, ਤਗੜਾ ਹੋ ਕੇ ਬਾਣੀ ਪੜ੍ਹ। ਪਤਾ ਨਹੀਂ ਮਾਲਕ ਨੇ ਕਿਹੜੇ ਰੂਪ ਦੇ ਵਿੱਚ ਕਿਰਪਾ ਕਰ ਦੇਣੀ ਹੈ। ਸਾਧ ਸੰਗਤ ਜੀ, ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਂਪੁਰਸ਼, ਜਿਨ੍ਹਾਂ ਦਾ ਪਟਿਆਲੇ ਵੀ ਅਸਥਾਨ ਹੈਗਾ ਹੈ, ਉਹਨਾਂ ਦੇ ਜੀਵਨ ਦੀ ਵੀ ਇੱਕ ਘਟਨਾ ਹੈ। ਕੋਈ ਮੁਸਲਮਾਨ ਵੀਰ ਜਿਹੜਾ ਸੀ ਨਾ, ਉਹਨਾਂ ਦੇ ਕੋਲ ਆਇਆ, ਆਖਣ ਲੱਗੇ, ਮਹਾਂਪੁਰਸ਼ੋ, ਮਹਾਂਪੁਰਸ਼ ਜਿਹੜੇ ਹੁੰਦੇ ਹਨ, ਇੱਕ ਤਾਂ ਸਮਦ੍ਰਿਸ਼ਟ ਹੁੰਦੇ ਹਨ ਵੀ ਜਿਹੜਾ ਵੀ ਆਵੇ ਭਾਵਨਾ ਦੇ ਨਾਲ ਉਹਨੂੰ ਹੀ ਤਾਰ ਦਿੰਦੇ ਹਨ, ਕਮੀਆਂ ਨਹੀਂ ਦੇਖਦੇ ਹਨ, ਪ੍ਰੇਮ ਦੇਖਦੇ ਹਨ। ਕੌਣ ਪ੍ਰੇਮ ਕਰਦਾ ਹੈ? ਪ੍ਰੇਮ ਨੂੰ ਪਾਲਦੇ ਵੀ ਹਨ। ਆਖਣ ਲੱਗੇ ਵੀ ਮੇਰੇ ਘਰ ਦੇ ਵਿੱਚ ਬੜੀ ਗਰੀਬੀ ਹੈ, ਖਾਣ ਨੂੰ ਰੋਟੀ ਨਹੀਂ, ਪਹਿਨਣ ਨੂੰ ਕੱਪੜਾ ਨਹੀਂ, ਰਹਿਣ ਨੂੰ ਘਰ ਨਹੀਂ, ਮੇਰੇ 'ਤੇ ਕੋਈ ਕਿਰਪਾ ਹੋ ਜਾਵੇ, ਦਇਆ ਹੋ ਜਾਵੇ,
ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਆਖਣ ਲੱਗੇ ਵੀ ਇਹ ਜੋ ਸਤਿਗੁਰ ਦੀ ਬਾਣੀ ਹੈ ਨਾ, ਇਹ ਸਾਰੇ ਖਜ਼ਾਨਿਆਂ ਦਾ ਭੰਡਾਰਾ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਨਹੀਂ ਜੀ, ਦੁਨਿਆਵੀ ਚੀਜ਼ਾਂ ਨਹੀਂ ਮੰਗਣੀਆਂ ਚਾਹੀਦੀਆਂ। ਦਾਸ ਬੇਨਤੀ ਕਰਦਾ ਹੈ, ਦੁਨਿਆਵੀ ਚੀਜ਼ਾਂ ਮੰਗ ਲੈਣੀਆਂ ਚਾਹੀਦੀਆਂ ਹਨ, ਪਰ ਇਹ ਜ਼ਰੂਰ ਚੇਤੇ ਰੱਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾਏ ਹੋਰ ਕਿਸੇ ਦੇ ਕੋਲੋਂ ਨਾ ਮੰਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰੇ। ਸਤਿਗੁਰ ਹਰ ਤਰ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਕਿਧਰੇ ਸਬੱਬ ਦੇ ਨਾਲ ਸੰਤ ਸੰਗਤ ਸਿੰਘ ਜੀ ਸੁਖਮਨੀ ਸਾਹਿਬ ਦੀ ਕਥਾ ਕਰ ਰਹੇ ਸਨ। ਵਿੱਚ ਪੰਕਤੀ ਆ ਗਈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਉਹ ਮੁਸਲਮਾਨ ਵੀਰ ਨੂੰ ਆਖਿਆ ਵੀ ਇਹ ਪੰਕਤੀ ਦਾ ਤੂੰ ਅਭਿਆਸ ਕਰਿਆ ਕਰ, ਤੇਰੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ। ਦੇਖੋ, ਭਾਵੇਂ ਸੰਸਾਰੀ ਧਨ ਹੋਵੇ, ਭਾਵੇਂ ਨਾਮ ਦਾ ਧਨ ਹੋਵੇ, ਮਿਲਦਾ ਮਾਲਕ ਦੀ ਮਿਹਰ ਨਾਲ ਹੀ ਹੈ, ਵੈਸੇ ਨਹੀਂ ਮਿਲਦਾ ਹੈ। ਵਰਨਾ ਬੰਦਾ ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਛੇਤੀ ਰਲ ਗਿਆ। ਸੋਨੇ ਨੂੰ ਹੱਥ ਪਾਓ, ਮਿੱਟੀ ਹੋ ਜਾਂਦਾ ਹੈ। ਉਹਨੇ ਸਾਧ ਸੰਗਤ ਜੀ ਇਹ ਪੰਕਤੀ ਦਾ ਬਹੁਤ ਅਭਿਆਸ ਕੀਤਾ। ਸਤਿਗੁਰ ਦੀ ਮਿਹਰ ਹੋਈ, ਕਿਧਰੇ ਨੌਕਰੀ ਮਿਲ ਗਈ ਕਿਸੇ ਕਿਸਾਨ ਦੇ ਕੋਲ। ਉਹਨੇ ਆਖਿਆ ਇੰਨੀ ਮਿਹਨਤ ਕਰਦਾ ਹੈ, ਮੇਰੇ ਕੋਲ 100 ਕਿੱਲਾ ਹੈ, 2-4 ਕਿੱਲੇ ਮੈਂ ਇਹਨੂੰ ਦੇ ਦਿਆਂ, ਮੈਨੂੰ ਕੀ ਫਰਕ ਪੈਣ ਲੱਗਾ ਹੈ। ਇੰਝ ਹੀ ਉਹਦੇ ਨਾਂ ਕਰਵਾ ਤੇ ਸਹਿਜੇ ਸਹਿਜੇ ਹੋਰ ਖਰੀਦ ਲਈ, ਨੰਬਰਦਾਰ ਬਣ ਗਿਆ। ਫਿਰ ਮਹਾਂਪੁਰਸ਼ਾਂ ਦੇ ਕੋਲ ਆਇਆ, ਬਰਕਤਾਂ ਪੈਣੀਆਂ ਸ਼ੁਰੂ ਹੋ ਗਈਆਂ। ਬੇਨਤੀ ਕੀਤੀ, ਮਹਾਂਪੁਰਸ਼ੋ ਇੱਕ ਲੋਕ ਤਾਂ ਸਵਾਰ ਦਿੱਤਾ ਜੇ, ਹੁਣ ਦੂਸਰਾ ਲੋਕ ਵੀ ਸਵਾਰ ਦਿਓ। ਆਖਣ ਲੱਗੇ ਹੁਣ ਫਿਰ ਦੂਸਰੀ ਪੰਕਤੀ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਕਿਹੜੀ ਵਸਤੂ ਹੈ ਜਿਹੜੀ ਸਤਿਗੁਰ ਦੇ ਪਾਸ ਨਹੀਂ? ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ ਸਾਰੀਆਂ ਹੀ ਦਾਤਾਂ ਮਿਲਦੀਆਂ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਕੇਵਲ ਗਿਆਨ ਦੀਆਂ ਗੱਲਾਂ ਕਰਨੀਆਂ, ਜਪਣ ਦੀ ਕੋਸ਼ਿਸ਼ ਨਾ ਕਰਨੀ, ਅਭਿਆਸ ਨਾ ਕਰਨਾ, ਇਹ ਕਹਿੰਦੇ ਹੋਛੀਆਂ ਗੱਲਾਂ ਹਨ, ਬੇਥਵੀਆਂ ਗੱਲਾਂ ਹਨ, ਵਿਅਰਥ ਗੱਲਾਂ ਹਨ। ਨਾਮ ਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ। ਮਹਾਰਾਜ ਕਹਿੰਦੇ ਨਾਮ ਇੱਕ ਬਹੁਤ ਵੱਡਾ ਖਜ਼ਾਨਾ ਹੈ, ਔਰ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਸੰਤਾਂ ਭਗਤਾਂ ਦੇ ਹਿਰਦੇ ਦੇ ਵਿੱਚ ਇਹ ਨਾਮ ਦਾ ਖਜ਼ਾਨਾ ਵਸ ਜਾਂਦਾ ਹੈ। ਜਿਵੇਂ ਫੁਹਾਰੇ ਦਾ ਜਲ ਹੁੰਦਾ ਹੈ ਨਾ, ਪਹਿਲਾਂ ਉੱਪਰ ਨੂੰ ਜਾਂਦਾ ਹੈ, ਫਿਰ ਬਾਅਦ ਵਿੱਚ ਫੈਲ ਜਾਂਦਾ ਹੈ। ਇਸੇ ਤਰ੍ਹਾਂ ਮਹਾਂਪੁਰਸ਼ਾਂ ਨੇ ਉਦਾਹਰਨਾਂ ਦਿੱਤੀਆਂ ਹਨ ਵੀ ਇਸੇ ਤਰ੍ਹਾਂ ਹੀ ਪ੍ਰਮਾਤਮਾ ਦਾ ਨਾਮ ਪਹਿਲੇ ਅੰਦਰ ਵਸਦਾ ਹੈ, ਫਿਰ ਰੋਮ ਰੋਮ ਦੇ ਵਿੱਚ ਸਿੰਜਰ ਜਾਂਦਾ ਹੈ, ਫੈਲ ਜਾਂਦਾ ਹੈ। ਵਾਹਿਗੁਰੂ ਦੇ ਪਿਆਰਿਆਂ ਦੇ ਹਿਰਦਿਆਂ ਦੇ ਵਿੱਚ ਨਾਮ ਵਸ ਜਾਂਦਾ ਹੈ, ਟਿਕ ਜਾਂਦਾ ਹੈ। ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ। ਜਨਮ ਮਰਨ ਆਦਿਕ ਮੋਹ ਆਦਿਕ ਸੰਸਾਰ ਦੇ ਦੁੱਖ ਜੋ ਹਨ, ਉਹ ਕਹਿੰਦੇ ਸਾਰੇ ਹੀ ਸਾਧੂਆਂ ਦੀ, ਸਾਧਨਾ ਕਰਨ ਵਾਲਿਆਂ ਦੀ, ਗੁਰਮੁਖਾਂ ਦੀ ਸੰਗਤ ਦੇ ਵਿੱਚ ਨੱਸ ਜਾਂਦੇ ਹਨ, ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ। ਮੋਹਿ ਬਾਦ ਹੰਕਾਰ ਸਰ ਪਰ ਰੁਨਿਆ। ਜੋ ਜੀਵ ਮੋਹ ਮਾਇਆ ਦੇ ਵਿੱਚ ਫਸੇ ਰਹਿੰਦੇ ਹਨ, ਵਾਦ ਵਿਵਾਦ ਦੇ ਵਿੱਚ ਫਸੇ ਰਹਿੰਦੇ ਹਨ, ਹੰਕਾਰ ਦੇ ਵਿੱਚ ਉਲਝੇ ਰਹਿੰਦੇ ਹਨ,
ਸਰਪਰ ਦਾ ਭਾਵ ਹੈ ਕਿ ਜ਼ਰੂਰ ਹੀ ਐਸੇ ਜੀਵ ਜਿਹੜੇ ਹਨ ਆਪਣੇ ਜੀਵਨ ਦੇ ਵਿੱਚ ਰੋਂਦੇ ਰਹਿੰਦੇ ਹਨ। ਉਹਨਾਂ ਨੂੰ ਟਿਕਾ ਨਹੀਂ ਮਿਲਦਾ, ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ, ਉਹਨਾਂ ਨੂੰ ਚੈਨ ਨਹੀਂ ਮਿਲਦਾ ਹੈ। ਸੁਖ ਨਾ ਪਾਇਨ ਮੂਲ ਨਾਮ ਵਿਸੁਨਿਆ। ਐਸੇ ਜੀਵਾਂ ਨੂੰ ਕਹਿੰਦੇ ਮੂਲੋਂ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ, ਜਿਹੜੇ ਨਾਮ ਨੂੰ ਵਿਸਾਰ ਛੱਡਦੇ ਹਨ, ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤੇ ਰਹਿੰਦੇ ਹਨ। ਕਿਆ ਸੋਵੈ ਨਾਮ ਵਿਸਾਰ ਗਾਫਲ ਗਹਿ ਲਿਆ, ਕਿਤੀਤ ਦਰਿਆਏ ਵੰਜਨ ਵਹਿੰਦਿਆ। ਜੋ ਨਾਮ ਨੂੰ ਵਿਸਾਰ ਛੱਡਦੇ ਹਨ, ਜਿਹੜੇ ਨਾਮ ਤੋਂ ਵਿਛੜੇ ਹਨ, ਉਹ ਹਮੇਸ਼ਾ ਦੁਖੀ ਰਹਿੰਦੇ ਹਨ, ਅਸ਼ਾਂਤ ਰਹਿੰਦੇ ਹਨ। ਕਦੇ ਵਾਸਤੇ ਉਹਨਾਂ ਨੂੰ ਟਿਕਾ ਨਹੀਂ ਮਿਲਦਾ ਹੈ। ਮੇਰੀ ਮੇਰੀ ਧਾਰ ਬੰਧਨ ਬੰਦਿਆ। ਚਲੋ ਜੋ ਦੁਨਿਆਵੀ ਧਨ ਪਦਾਰਥ ਹੈ, ਸੰਪਦਾ ਹੈ, ਉਹ ਮਾਲਕ ਨੇ ਜੀਵ ਨੂੰ ਵਰਤਣ ਵਾਸਤੇ ਦਿੱਤੀ ਹੈ। ਪਰ ਜਿਹੜਾ ਹਮੇਸ਼ਾ ਇਹੀ ਭਾਵ ਬਣਾ ਕੇ ਰੱਖੀ ਬੈਠੇ ਵੀ ਇਹ ਮੇਰੀ ਹੈ, ਮੇਰੀ ਹੈ, ਮੇਰੀ ਹੈ, ਇਹ ਕਹਿੰਦੇ ਬਹੁਤ ਵੱਡੇ ਇੱਕ ਬੰਧਨ ਹਨ। ਜਿਵੇਂ ਪਿੰਜਰੇ ਦੇ ਵਿੱਚ ਪਿਆ ਹੋਇਆ ਪੰਛੀ ਬੰਧਨ ਦੇ ਵਿੱਚ ਹੈ, ਉੱਚੀ ਉਡਾਰੀ ਨਹੀਂ ਮਾਰ ਸਕਦਾ ਹੈ। ਕਿੱਲੇ ਦੇ ਨਾਲ ਬੱਝਿਆ ਹੋਇਆ ਪਸ਼ੂ ਬੰਧਨ ਦੇ ਵਿੱਚ ਹੈ, ਖੁੱਲ੍ਹਾ ਨਹੀਂ ਵਿਚਰ ਸਕਦਾ ਹੈ ਆਪਣੀ ਮਰਜ਼ੀ ਦੇ ਨਾਲ। ਇਸੇ ਤਰ੍ਹਾਂ ਜਿਹੜਾ ਹਮੇਸ਼ਾ ਪਦਾਰਥਾਂ ਦਾ ਹੀ ਚਿੰਤਨ ਕਰਦਾ ਰਹਿੰਦਾ ਹੈ, ਪਰਮਾਤਮਾ ਦਾ ਨਹੀਂ, ਉਹ ਕਹਿੰਦੇ ਉਹਦੀ ਸੁਰਤ ਕਦੇ ਵਾਸਤੇ ਉੱਚੀ ਨਹੀਂ ਉੱਠ ਪਾਉਂਦੀ ਹੈ, ਉਹਦੀ ਸੁਰਤ ਦੀ ਉੱਚੀ ਉਡਾਰੀ ਨਹੀਂ ਲੱਗਦੀ ਹੈ। ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਕਦੇ ਨਰਕਾਂ ਦੇ ਵਿੱਚ ਜਾਂਦਾ ਹੈ, ਕਦੇ ਸਵਰਗਾਂ ਦੇ ਵਿੱਚ ਜਾਂਦਾ ਹੈ। ਚੰਗੇ ਕਰਮ ਕੀਤੇ, ਦਾਨ ਪੁੰਨ ਕੀਤਾ, ਸਵਰਗ ਮਿਲ ਗਿਆ, ਮਾੜੇ ਕਰਮ ਕੀਤੇ, ਨਰਕ ਮਿਲ ਗਿਆ। ਪਰ ਜੋ ਵਾਹਿਗੁਰੂ ਦੇ ਪਿਆਰੇ ਹਨ, ਉਹ ਇਹਨਾਂ ਦੋਨਾਂ ਤੋਂ ਹੀ ਉੱਪਰ ਉੱਠ ਜਾਂਦੇ ਹਨ। ਸੁੱਖ ਤੋਂ ਵੀ ਉੱਪਰ ਉੱਠ ਜਾਂਦੇ ਹਨ, ਦੁੱਖ ਤੋਂ ਵੀ ਉੱਪਰ ਉੱਠ ਜਾਂਦੇ ਹਨ। ਅਵਤਾਰ ਤੋਂ ਭਾਵ ਉਹਦਾ ਜਨਮ ਹੁੰਦਾ ਰਹਿੰਦਾ ਹੈ, ਬਾਰ-ਬਾਰ ਜਨਮ ਲੈਂਦਾ ਹੈ। ਇੱਥੇ ਅਵਤਾਰ ਤੋਂ ਭਾਵ ਕੋਈ ਅਵਤਾਰੀ ਪੁਰਸ਼ ਨਹੀਂ, ਇੱਥੇ ਅਵਤਾਰ ਤੋਂ ਭਾਵ ਕੇਵਲ ਜਨਮ ਹੈ। ਵੀ ਐਸੇ ਜੀਵਾਂ ਦਾ ਸੰਸਾਰ ਦੇ ਵਿੱਚ ਬਾਰੰਬਾਰ ਜਨਮ ਹੁੰਦਾ ਰਹਿੰਦਾ ਹੈ। ਮੋਹ ਮਾਇਆ ਦੇ ਧੰਦਿਆਂ ਦੇ ਵਿੱਚ ਹੀ ਐਸਾ ਜੀਵ ਖਚਿਤ ਹੋਇਆ ਰਹਿੰਦਾ ਹੈ। ਸੋਦਤ ਸੋਦਤ ਸੋਧ ਤਤ ਵਿਚਾਰਿਆ। ਮਹਾਰਾਜ ਕਹਿੰਦੇ ਸੋਧ ਸੋਧ ਕੇ, ਸੋਧ ਸੋਧ ਕੇ, ਵਿਚਾਰ ਵਿਚਾਰ ਕੇ, ਇਹ ਤਤ ਜਿਹੜਾ ਹੈ ਨਾ, ਇਹ ਅਸੀਂ ਵਿਚਾਰ ਨਾ ਕੀਤਾ ਹੈ। ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ। ਨਾਮ ਤੋਂ ਬਗੈਰ ਅੱਜ ਤੱਕ ਕਿਸੇ ਨੇ ਵੀ ਸੁੱਖ ਨਹੀਂ ਪ੍ਰਾਪਤ ਕੀਤਾ। ਅਖੀਰ ਸਰਪਰ ਦਾ ਭਾਵ ਕਿ ਜ਼ਰੂਰ ਹੀ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਕੇ ਹੀ ਜਾਂਦੇ ਹਨ, ਕੋਈ ਵੀ ਜਿੱਤ ਕੇ ਨਹੀਂ ਜਾਂਦਾ ਹੈ। ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨ ਕੀਏ ਕਾਜ ਮਾਇਆ ਪੂਰੇ। ਕਿਹੜਾ ਇੱਥੇ ਸਾਰੇ ਕੰਮ ਨਿਬੇੜ ਕੇ ਜਾਂਦਾ, ਸਭ ਦੇ ਅਧੂਰੇ ਹੀ ਰਹਿ ਜਾਂਦੇ ਹਨ। ਜਿਨ੍ਹੇ ਨਾਮ ਜਪ ਲਿਆ, ਬਾਣੀ ਪੜ੍ਹ ਲਈ, ਸਿਮਰਨ ਕਰ ਲਿਆ, ਸਮਝ ਲਓ ਉਹਦੇ ਸਾਰੇ ਕੰਮ ਪੂਰੇ ਹੋ ਗਏ। ਬਾਕੀ ਆਪੇ ਹੁੰਦੇ ਫਿਰਨਗੇ, ਕੋਈ ਪਰਵਾਹ ਨਹੀਂ ਹੈ। ਇਸ ਕਰਕੇ ਕਹਿੰਦੇ ਜ਼ਰੂਰ ਹੀ ਐਸਾ ਜੀਵ ਜਿਹੜਾ ਹੈ ਨਾ, ਉਹ ਜੀਵਨ ਦੀ ਬਾਜੀ ਨੂੰ ਹਾਰ ਜਾਂਦਾ ਹੈ। ਆਵੇਂ ਜਾਹੇ ਅਨੇਕ ਮਰ ਮਰ ਜਨਮ ਤੇ। ਅਨੇਕਾਂ ਹੀ ਜੀਵ ਸੰਸਾਰ ਦੇ ਵਿੱਚ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ, ਜੰਮਦੇ ਰਹਿੰਦੇ ਹਨ, ਮਰਦੇ ਰਹਿੰਦੇ ਹਨ। ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਬਿਨਾਂ ਆਪਣੇ ਆਪੇ ਦੀ ਬੂਝ ਤੋਂ ਬਗੈਰ, ਆਪਣੇ ਆਪੇ ਨੂੰ ਪਹਿਚਾਨਣ ਤੋਂ ਬਗੈਰ ਵਿਅਰਥ ਹੀ ਜੀਵਨ ਬਰਬਾਦ ਹੋ ਜਾਂਦਾ ਹੈ। ਜੂਨੀਆਂ ਦੇ ਵਿੱਚ ਜੀਵ ਨੂੰ ਭਟਕਣਾ ਪੈਂਦਾ ਹੈ। ਵਾਸ਼ਨਾ ਬੰਦੇ ਨੂੰ ਕਈ ਜੂਨੀਆਂ ਦੇ ਵਿੱਚ ਭਟਕਾਉਂਦੀ ਹੈ।
जुग जुग मेर शरीर का वासना बद्धा आवे जावे फिर फेर वटाइए ज्ञानी होए मर्म को पावे। ਸਰੀਰ ਖਤਮ ਹੋ ਜਾਂਦਾ ਹੈ, ਵਾਸ਼ਨਾ ਨਹੀਂ ਮਰਦੀ ਹੈ, ਇਸ ਕਰਕੇ ਅਗਲਾ ਜਨਮ ਕਰਵਾ ਦਿੰਦੀ ਹੈ। ਟੇਢੀਆਂ ਮੇਢੀਆਂ ਜੂਨੀਆਂ ਦੇ ਵਿੱਚ ਜਾਣਾ ਪੈਂਦਾ ਹੈ। ਜੀਵ ਕਹਿੰਦੇ ਵਾਸ਼ਨਾ ਦੇ ਬੱਧੇ ਹੋਏ ਭਟਕਦੇ ਰਹਿੰਦੇ ਹਨ। ਜਿਨ ਕੋ ਭਏ ਦਇਆਲ ਤਿਨ ਸਾਧੂ ਸੰਗ ਭਇਆ। ਮਾਲਕ ਦੀ ਕਿਰਪਾ ਦੀ ਕੀ ਨਿਸ਼ਾਨੀ ਹੈ? ਕਿਹਦੇ ਤੇ ਮਾਲਕ ਤਰੁੱਠਦਾ ਹੈ? ਕਹਿੰਦੇ ਜਿਨ੍ਹਾਂ ਨੂੰ ਸਾਧਨਾ ਕਰਨ ਵਾਲਿਆਂ, ਭਗਤੀ ਕਰਨ ਵਾਲਿਆਂ ਦੀ ਸੰਗਤ ਨਸੀਬ ਹੋ ਜਾਂਦੀ ਹੈ। ਸਮਝ ਲੈਣਾ ਵੀ ਮਾਲਕ ਅੱਜ ਤੁੱਠਾ ਹੈ। ਜੇ ਕਿਧਰੇ ਕੋਈ ਕੁਕਰਮੀ ਦੀ ਸੰਗਤ ਹੋ ਗਈ, ਮਾੜੇ ਦੀ ਹੋ ਗਈ, ਸਮਝ ਲੈਣਾ ਵੀ ਅੱਜ ਰੱਬ ਰੁੱਠਾ ਹੈ। ਇਸ ਕਰਕੇ ਕਹਿੰਦੇ ਮਾਲਕ ਦੀ ਕਿਰਪਾ ਦੀ ਨਿਸ਼ਾਨੀ ਹੈ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿੰਦੇ ਫੇਰ ਹੀ ਭਾਵਨਾ ਬਣਦੀ ਹੈ ਜੇਕਰ ਨਾਮ ਜਪਣ ਵਾਲਿਆਂ ਦੀ ਸੰਗਤ ਹੋਵੇ। ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ। ਜਿਨ੍ਹਾਂ ਸਾਧੂ ਸੰਤਾਂ ਦੀ, ਗੁਰਮੁਖਾਂ ਦੀ, ਜਪਣ ਵਾਲਿਆਂ ਦੀ ਸੰਗਤ ਕੀਤੀ, ਕਹਿੰਦੇ ਉਹਨਾਂ ਦੇ ਅੰਦਰ ਵੀ ਫਿਰ ਚਾਉ ਪੈਦਾ ਹੋ ਜਾਂਦਾ ਹੈ। ਉਹ ਵੀ ਜਪ ਲੈਂਦੇ ਹਨ। ਉਹਨਾਂ ਨੂੰ ਵੀ ਬਹੁਤ ਵੱਡਾ ਬਲ ਮਿਲ ਜਾਂਦਾ ਹੈ, ਉਹਨਾਂ ਨੂੰ ਬਹੁਤ ਵੱਡੀ ਪ੍ਰੇਰਨਾ ਮਿਲ ਜਾਂਦੀ। ਜਪਣ ਵਾਲਿਆਂ ਦੀ ਸੰਗਤ ਕਰਨ ਵਾਲੇ ਵੀ ਜਪਣ ਲੱਗ ਪੈਂਦੇ ਹਨ। ਉਹ ਫਿਰ ਰਹਿ ਨਹੀਂ ਪਾਉਂਦੇ ਹਨ। ਚਾਅ ਪੈਦਾ ਹੁੰਦਾ ਹੈ ਵੀ ਅਸੀਂ ਵੀ ਜਪੀਏ, ਸਾਡਾ ਵੀ ਜੀਵਨ ਸਫਲਾ ਹੋਵੇ। ਖੋਜੈ ਕੋਟ ਅਸੰਖ ਬਹੁਤ ਅਨੰਤ ਕੇ। ਕਰੋੜਾਂ ਹੀ, ਅਸੰਖਾਂ ਹੀ, ਅਨੰਤ ਹੀ ਜੀਵ ਜਿਹੜੇ ਹਨ ਉਹ ਵਾਹਿਗੁਰੂ ਦੀ ਖੋਜ ਕਰਦੇ ਰਹਿੰਦੇ ਹਨ। ਜਿਸ ਬੁਝਾਏ ਆਪ ਨੇੜਾ ਤਿਸ ਹੈ। ਪਰ ਕਹਿੰਦੇ ਗੱਲ ਇਹ ਹੈ ਵੀ ਜਿਹਦੇ ਮਾਲਕ, ਜਿਹਦੇ ਤੇ ਤਰਸ ਪੈ ਜਾਂਦਾ ਹੈ ਨਾ ਮਾਲਕ ਦਾ, ਉਹਨੂੰ ਫਿਰ ਆਪਣੀ ਨੇੜਤਾ ਦਾ ਝਲਕਾਰਾ ਦਿਖਾਲ ਦਿੰਦਾ ਹੈ। ਇਹ ਮਿਹਨਤ ਦਾ ਸੌਦਾ ਹੈ ਹੀ ਨਹੀਂ, ਇਹ ਰਹਿਮਤ ਦਾ ਸੌਦਾ ਹੈ। ਭਾਵੇਂ ਜਿਨ੍ਹਾਂ ਨੇ ਮਾਲਕ ਦੀ ਰਹਿਮਤ ਪ੍ਰਾਪਤ ਕੀਤੀ, ਉਹਨਾਂ ਮਿਹਨਤ ਵੀ ਬੜੀ ਕੀਤੀ, ਇਹਦੇ ਵਿੱਚ ਕੋਈ ਅਤ ਕਥਨੀ ਨਹੀਂ। ਪਰ ਜਦੋਂ ਉਹਨਾਂ ਨੂੰ ਝਲਕ ਮਿਲੀ, ਉਹਨਾਂ ਨੇ ਕਿਹਾ ਇਹ ਸਾਡੀ ਮਿਹਨਤ ਦਾ ਫਲ ਨਹੀਂ, ਇਹ ਮਾਲਕ ਤੇਰੀ ਰਹਿਮਤ ਦਾ ਫਲ ਹੈ। ਜਿਨ੍ਹਾਂ ਤੇ ਮਾਲਕ ਰਹਿਮਤ ਕਰਦਾ ਹੈ ਉਹਨਾਂ ਨੂੰ ਆਪਣੀ ਝਲਕ ਵਿਖਾਲ ਦਿੰਦਾ ਹੈ, ਉਹਨਾਂ ਨੂੰ ਆਪਣਾ ਨੇੜਤਾ ਦਾ ਰੂਪ ਵਿਖਾਉਂਦਾ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ। ਅਖੀਰ ਦੇ ਵਿੱਚ ਮਹਾਰਾਜ ਜੀ ਜਗਿਆਸੂ ਰੂਪ ਹੋ ਕੇ ਸਾਨੂੰ ਬੇਨਤੀ ਕਰਨ ਦਾ ਢੰਗ ਸਿਖਾਲਦੇ ਹਨ ਕਿ ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਹੈ ਕਿ ਐ ਮਾਲਕ ਸਾਨੂੰ ਵਿਸਾਰੋ ਨਾ। ਐ ਦਾਤਾਰ ਮਾਲਕ ਜੀ ਕਿਰਪਾ ਕਰੋ, ਸਾਨੂੰ ਆਪਣੇ ਨਾਮ ਦੀ ਦਾਤ ਦਿਓ। ਭਾਵ ਜਿੱਥੇ ਆਪਾਂ ਦੁੱਧ ਦੀ, ਪੁੱਤ ਦੀ, ਧਨ ਦੀ, ਹੋਰ ਪਦਾਰਥਾਂ ਦੀ ਦਾਤ ਮੰਗਦੇ ਹਾਂ, ਅਸੀਂ ਅਧੂਰਾ ਮੰਗਦੇ ਹਾਂ। ਪੂਰਾ ਮੰਗਣਾ ਚਾਹੀਦਾ ਹੈ। ਅਧੂਰਾ ਜੀਵਨ ਜੀਨੇ ਹਾਂ, ਕਿਉਂਕਿ ਕੁਝ ਜੀਵਨ ਅੰਦਰ ਹੈ, ਕੁਝ ਜੀਵਨ ਬਾਹਰ ਹੈ। ਦੁਰਗਾ ਦਾਸ ਨੇ ਕਿਹਾ ਸੀ ਨਾ, ਨਾਮ ਦੇ ਧਨ ਦੇ ਨਾ ਜਨ ਕਉ। ਕਹਿੰਦੇ ਧਨ ਬਿਨਾ ਜਨ ਜਗ ਨਾ ਸੁਹਾਵੈ। ਜੇ ਇਕੱਲਾ ਤੁਸੀਂ ਨਾਮ ਹੀ ਦਿੰਦੇ ਹੋ, ਧਨ ਨਹੀਂ ਦਿੰਦੇ ਹੋ, ਧਨ ਤੋਂ ਬਿਨਾ ਦੁਨੀਆ ਕਿੱਥੇ ਪੁੱਛਦੀ ਹੈ, ਕੋਈ ਕਦਰ ਨਹੀਂ ਕਰਦਾ। ਸੰਸਾਰ ਦੇ ਵਿੱਚ ਜੇ ਕਿਸੇ ਦੀ ਕਦਰ ਹੈ, ਧਨ ਕਰਕੇ ਹੈ। ਮਸਕੀਨ ਜੀ ਦਾ ਕਿਹਾ ਕਰਦੇ ਸਨ, ਦੁਨੀਆ ਦਾ ਰੱਬ ਧਨ ਹੀ ਹੈ। ਤੁਹਾਡੇ ਕੋਲ ਧਨ ਹੈ, ਲੋਕ ਅੱਗੇ ਪਿੱਛੇ ਫਿਰਨਗੇ, ਵਰਨਾ ਵੱਡੇ ਵੱਡੇ ਸੰਤਾਂ ਦਾ ਵੀ ਤਿਰਸਕਾਰ ਕਰ ਦਿੰਦੇ ਹਨ। ਨਾਮ ਦੇ ਧਨ ਦੇ ਨ ਜਨ ਕੋ, ਧਨ ਬਿਨਾ ਜਨ ਜਗ ਨਾ ਸੁਹਾਵੈ। ਧਨ ਦੇ ਨਾਮ ਦੇ ਨ ਜਨ ਕੋ, ਨਾਮ ਬਿਨਾ ਜਨ ਜਮਪੁਰ ਜਾਵੈ। ਜੇ ਤੁਸੀਂ ਕਹਿੰਦੇ ਧਨ ਦਿੰਦੇ ਹੋ, ਨਾਮ ਨਹੀਂ ਦਿੰਦੇ ਹੋ, ਤਾਂ ਵੀ ਤੁਸੀਂ ਸਾਨੂੰ ਅਧੂਰਾ ਹੀ ਦਿੰਦੇ ਹੋ। ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਮਾਰਗ ਪੰਥ ਚਲਾਏ।
ਜੇ ਕਿਰਪਾ ਦੇ ਘਰ ਦੇ ਵਿੱਚ ਆਇਓ ਤਾਂ ਦੋਵੇਂ ਹੀ ਦਾਤਾਂ ਦਿਓ, ਸੰਸਾਰੀ ਪਦਾਰਥ ਵੀ ਦਿਓ। ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇਹ, ਮਾਣ ਮੰਗਾਂ ਤਾਣ ਮੰਗਾਂ, ਧਨ ਲਖਮੀ ਸੁਤ ਦੇ। ਉੱਥੇ ਮਹਾਰਾਜ ਜੀ ਦੇ ਬਚਨ ਹਨ, ਗੁਰਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵੈ ਮਾਨ, ਆਪਾ ਮਦੇ ਆਪ ਪ੍ਰਗਾਸਿਆ, ਪਾਇਆ ਅੰਮ੍ਰਿਤ ਨਾਮ, ਕਰਤਾ ਤੂੰ ਮੇਰਾ ਜਜਮਾਨ। ਇੱਕ ਦਖਣਾ ਹਉ ਤੈ ਪੈ ਮੰਗੋ, ਦੇ ਆਪਣਾ ਨਾਮ। ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਕੋਲੋਂ ਇਹ ਦਾਤ ਮੰਗਦਾ ਹਾਂ, ਆਪਣਾ ਨਾਮ ਦੇ। ਬੜੀ ਅਮੋਲਕ ਦਾਤ ਹੈ। ਮਹਾਰਾਜ ਕਿਰਪਾ ਕਰੋ, ਵਿਸਰੋ ਨਾ ਸਾਨੂੰ, ਵਿਸਾਰੋ ਨਾ, ਅਸੀਂ ਤੁਹਾਨੂੰ ਭੁੱਲੀਏ ਨਾ। ਐਸੀ ਰਹਿਮਤ ਬਣਾ ਕੇ ਰੱਖੋ, ਆਪਣੇ ਨਾਮ ਦੀ ਦਾਤ ਦਿਓ ਜੀ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਵੋ। ਇਸ ਤਰ੍ਹਾਂ ਦਾ ਚਾਓ ਸਾਡੇ ਜੀਵਨ ਦੇ ਵਿੱਚ ਬਣਿਆ ਰਵੇ ਵੀ ਅਸੀਂ ਤੁਹਾਡੇ ਹਮੇਸ਼ਾ ਹੀ ਜਿਹੜੇ ਗੁਣ ਹਨ ਉਹ ਗਾਉਂਦੇ ਰਹੀਏ, ਤੁਹਾਡੀ ਸਿਫਤ ਸਲਾਹ ਕਰਦੇ ਰਹੀਏ। ਕਿਉਂਕਿ ਜਿਹੜੇ ਫਿਰ ਸਿਫਤ ਸਲਾਹ ਕਰਨ ਵਾਲੇ ਹੁੰਦੇ ਹਨ, ਮਹਾਰਾਜ ਕਹਿੰਦੇ ਜਿੰਨੀ ਤੁਧਨੋ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰੇ ਸ਼ਬਦ ਦੇ ਵਿੱਚ ਬਾਰੰਬਾਰ ਨਾਮ ਦਾ ਵਿਸ਼ਾ ਖੋਲ੍ਹਿਆ ਹੈ। ਸਾਧ ਸੰਗਤ ਜੀ ਸ਼ੁਰੂ ਦੇ ਵਿੱਚ ਤਾਂ ਆਪਾਂ ਨੂੰ ਲੱਗਦਾ ਹੈ ਵੀ ਸ਼ਾਇਦ ਪਤਾ ਨਹੀਂ ਇਹਦਾ ਕੋਈ ਫਲ ਹੈ ਵੀ ਹੈ ਕਿ ਨਹੀਂ, ਪਰ ਸਹਿਜੇ ਸਹਿਜੇ ਮਾਲਕ ਦੀ ਕਲਾ ਵਰਤਦੀ ਹੈ। ਬਹੁਤ ਸਾਰੀਆਂ ਸਟੇਜਾਂ ਮਹਾਂਪੁਰਸ਼ਾਂ ਨੇ ਨਾਮ ਦੀਆਂ ਦੱਸੀਆਂ ਹਨ। ਰਸਨਾ ਦੇ ਨਾਲ ਸਿਮਰਨ ਕਰਨਾ, ਕੰਠ ਦੇ ਨਾਲ ਸਿਮਰਨ ਕਰਨਾ, ਹਿਰਦੇ ਦੇ ਨਾਲ ਸਿਮਰਨ ਕਰਨਾ, ਨਾਭੀ ਦੇ ਨਾਲ ਸਿਮਰਨ ਕਰਨਾ। ਫਿਰ ਐਸੀ ਅਵਸਥਾ ਦਾ ਜ਼ਿਕਰ ਆਇਆ ਹੈ, ਰੋਮ ਰੋਮ ਦੇ ਵਿੱਚ ਸਿਮਰਨ ਚੱਲਣਾ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਫਿਰ ਬਨ ਤ੍ਰਿਣ ਦੇ ਵਿੱਚੋਂ ਵੀ ਸਿਮਰਨ ਦੀਆਂ ਹੀ ਆਵਾਜ਼ਾਂ ਆਉਣੀਆਂ। ਹਰ ਹਟ ਭੀ ਤੂੰ ਤੂੰ ਕਰੈ, ਬੋਲੇ ਭਲੀ ਬਾਣ। ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਵੀ ਫਰਮਾਉਂਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਜੋ ਆਪਣੇ ਆਪ ਨੂੰ ਅਖਵਾਉਂਦਾ ਹੈ ਮੈਂ ਗੁਰੂ ਦਾ ਸਿੱਖ ਹਾਂ, ਉਹ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰੇ। ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਜੋ ਅੰਮ੍ਰਿਤ ਵੇਲੇ ਉੱਠ ਕੇ 5 ਮਿੰਟ ਵੀ ਸਿਮਰਨ ਕਰ ਲਵੇਗਾ, ਇੱਕ ਦਿਨ ਪ੍ਰਤੱਖ ਦੇਖੇਗਾ ਕਿ ਕਿਵੇਂ ਨਾਮ ਧਨ ਦੇ ਨਾਲੋਂ ਮਾਲਾ ਮਾਲ ਹੋ ਗਿਆ ਹੈ। ਜਿਵੇਂ ਥੋੜ੍ਹੇ ਪੈਸੇ ਆਪਾਂ ਬੈਂਕ ਵਿੱਚ ਜਮ੍ਹਾਂ ਕਰਾਈ ਜਾਈਏ ਨਾ, ਇੱਕ ਦਿਨ ਬਹੁਤ ਵੱਡਾ ਬੈਲੈਂਸ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਥੋੜ੍ਹਾ ਵੀ ਜਪਦੇ ਰਹਿੰਦੇ ਹਨ, ਇੱਕ ਦਿਨ ਬਹੁਤ ਵੱਡਾ ਨਾਮ ਦਾ ਭੰਡਾਰਾ ਉਹਨਾਂ ਦੇ ਕੋਲ ਜਮ੍ਹਾਂ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਆਓ ਆਪਾਂ ਸਾਰੇ ਪਾਤਸ਼ਾਹ ਜੀ ਦੇ ਕੋਲੋਂ ਬੇਨਤੀ ਕਰੀਏ, ਨਾਮ ਦੀ ਦਾਤ ਮੰਗੀਏ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਪੁਰਬ ਸੁਭਾਗੀ ਤਾਜਪੋਸ਼ੀ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੋ ਪਤਾ ਨਹੀਂ ਵੀ ਹੁਣ ਪ੍ਰਬੰਧਕ ਜਨਾਂ ਵੱਲੋਂ ਅੰਮ੍ਰਿਤ ਸੰਚਾਰ ਰੱਖਿਆ ਜਾਂਦਾ ਹੈ ਕਿ ਨਹੀਂ। ਦਾਸ ਨੇ ਸੰਤਾਂ ਦੇ ਜੀਵਨ ਦੇ ਵਿੱਚ ਪੜ੍ਹਿਆ ਹੈ ਵੀ ਉਦੋਂ ਰੱਖਦੇ ਸਨ। ਸਾਲ 'ਚ ਘੱਟ ਤੋਂ ਘੱਟ ਇੱਕ ਵਾਰੀ ਅੰਮ੍ਰਿਤ ਸੰਚਾਰ ਜ਼ਰੂਰ ਰੱਖਿਆ ਕਰੋ। ਜਿੰਨੇ ਜੁੜ ਜਾਣਗੇ ਭਲਾ ਹੀ ਹੈ।
ਸਤਿਗੁਰੂ ਜੀ ਕਿਰਪਾ ਕਰਨ ਸਾਡੇ ਬਹੁਤ ਹੀ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੜੇ ਹੀ ਵਜਦ ਦੇ ਵਿੱਚ ਆ ਕੇ ਕੀਰਤਨ ਕਰਦੇ ਹਨ, ਮੰਤਰ ਮੁਗਧ ਕਰ ਦਿੰਦੇ ਹਨ। ਉਹ ਆਪਣੇ ਵਿੱਚ ਸ਼ਾਮਲ ਹੋਏ ਹਨ, ਉਹਨਾਂ ਨੇ ਆਪ ਸੰਗਤ ਦੇ ਦਰਸ਼ਨ ਕਰਨੇ ਹਨ, ਉਹਨਾਂ ਦਾ ਹੁਣ ਸਮਾਂ ਹੈ। ਸਤਿਗੁਰੂ ਜੀ ਸਭਨਾਂ ਦੇ ਉੱਪਰ ਕਿਰਪਾ ਕਰਨ। ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ